ਜਲੰਧਰ ਦੇ ਨਵੇਂ ਡੀਸੀ ਘਨਸ਼ਿਆਮ ਥੋਰੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਮੰਗਲਵਾਰ ਨੂੰ ਚਾਰਜ ਸਾਂਭ ਲਿੱਤਾ ਹੈ। ਡੀਸੀ ਠੀਕ 11 ਵਜੇ ਆਪਣੇ ਦਫ਼ਤਰ ਦੇ ਵਿੱਚ ਪਹੁੰਚੇ ਅਤੇ ਸਲਾਮੀ ਲੈਣ ਤੋਂ ਬਾਅਦ ਉਹਨਾਂ ਨੇ ਚਾਰਜ ਸਾਂਭਿਆ ਤੇ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ। ਡੀਸੀ ਨੇ ਕਿਹਾ ਕਿ ਉਹਨਾਂ ਦੀ ਜੁਆਇਨਿੰਗ ਤੋਂ ਪਹਿਲਾਂ ਉਹਨਾਂ ਨੇ ਪੁਰਾਣੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ 1 ਘੰਟੇ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ। ਉਹਨਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਕਰੋਨਾ ਵਰਗੀ ਮਹਾਮਾਰੀ ਦੇ ਨਾਲ ਨਿਪਟ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਰੁਕੇ ਹੋਏ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਉੱਥੇ ਹੀ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਮੇਅਰ ਜਗਦੀਸ਼ ਰਾਜਾ ਦੀ ਮੌਜੂਦਗੀ ਦੇ ਵਿੱਚ ਆਪਣਾ ਚਾਰਜ ਸੰਭਿਆ। ਦੱਸ ਦਈਏ ਕਿ ਡੀਸੀ ਘਨਸ਼ਿਆਮ ਥੋਰੀ ਸੰਗਰੂਰ ਤੋਂ ਬਦਲ ਕੇ ਇੱਥੇ ਆਏ ਨੇ, ਜਦਕਿ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਇਸ ਤੋਂ ਪਹਿਲਾਂ ਫੋਰੈਸਟ ਐਂਡ ਵਾਈਲਡ ਲਾਈਫ ਦੇ ਸਪੈਸ਼ਲ ਸੈਕਟਰੀ ਸਨ। हाँ सो एक तुसी देखोगे ਜਦੋਂ ਨਾ ਮੈਂ ਕਿਉਂਕਿ ਬੰਬੇ ਤੋਂ ਉੱਥੇ 3 ਸਾਲ ਰਿਹਾ ਸੋ ਮੈਂ ਪਿੱਛੇ ਇੱਕ ਆਪਣੇ ਗਰੁੱਪ ਦੇ ਵਿੱਚ ਦੇਖ ਰਿਹਾ ਸੀਗਾ ਕਿ ਇੰਨਾ ਕਿਓਸ ਮਚਿਆ ਹੋਇਆ ਸੀਗਾ ਫॉर द फर्स्ट 30,000 ਕੇसेस ਨਾਓ ਪ੍ਰੋਬੇਬਲੀ ਦੇ ਹੈਵ ਰਿਵਾਈਜ਼ਡ देयर strategy of dealing with patients ਉਦੋਂ ਤੱਕ they were trying to accommodate all 30,000 patients in their centers you will get overwhelmed। ਅੱਜ ਗਵਰਨਮੈਂਟ ਆਫ ਇੰਡੀਆ ਦੀ SOP ਜਿਹੜੀ ਹੈਲਥ ਮਿਨਿਸਟਰੀ ਆਫ ਹੈਲਥ ਗਵਰਨਮੈਂਟ ਆਫ ਇੰਡੀਆ ਦੀ SOP बड़ी टाइमली ही उन्होंने जारी कर दी सी कि वेरी माइल्ड एसिम्टोमैटिक केसेस जेकर पेशेंट अफोर्ड कर सकता है घरे ही उन्होंने रख लो, ठीक है। उन्होंने तो मतलब डॉक्टर शुड सर्टिफाई सिम्टोमैटिक दे विच प्रॉब्लम है एसिम्टोमैटिक वो घर दे विच सैपरेट टॉयलेट रूम है फैसिलिटी है घरे रखो सो योर 90% पेशेंट लोड कैन बी मॉनिटर्ड टिल होम। पंजाब गवर्नमेंट ने उदों अडॉप्ट की नहीं सी बट देयर वॉज अ रीजन क्योंकि साडे कोल फुल कैपेसिटी सी ਆਪਾਂ ਕੋਵਿਡ ਕੇਅਰ ਸੈਂਟਰ ਦੇ ਵਿੱਚ ਵੀ ਲੈ ਕੇ ਆ ਰਹੇ ਸੀਗੇ ਬਟ ਪਿਛਲੇ ਹਫਤੇ ਪੰਜਾਬ ਗਵਰਨਮੈਂਟ ਨੇ ਵੀ ਹੋਮ ਆਈਸੋਲੇਸ਼ਨ ਨੋਟੀਫਾਈ ਕਰ ਦਿੱਤਾ ਹੈ 17 ਦਿਨ ਇਫ ਆਈ ਰਿਮੈਂਬਰ ਇਟ ਰਾਈਟ ਉਸ ਹੈ 17 ਦਿਨ ਦੀ ਹੋਮ ਆਈਸੋਲੇਸ਼ਨ ਤੁਸੀਂ ਕਰ ਸਕਦੇ ਹੋ। ਸੋ ਉਹਦੇ ਨਾਲ ਬਟ ਫਿਰ ਵੀ ਮੈਂ ਕਹਾਂਗਾ ਕਿਉਂਕਿ ਜਦੋਂ ਤੱਕ ਕੈਪੈਸਿਟੀ ਹੈ ਵੀ ਕੈਨ ਅਕੋਮੋਡੇਟ ਐਂਡ ਕੇਸ ਟੂ ਕੇਸ ਬੇਸਿਸ ਤੇ ਕਿਉਂਕਿ ਹੋਮ ਆਈਸੋਲੇਸ਼ਨ 'ਚ ਪ੍ਰੋਬਲਮ ਇੰਨੀ ਹੈ देयर शुड बी पेशेंट कंप्लायंस वो होम क्वारंटीन ब्रीच करता है तो फिर देयर इज़ अ पॉसिबल फिर वो ਲੱਭਦੇ ਫਿਰ ਉਹ ਐਂਡ आगे पोटेंशियल कंटेजन सो ਇਹ ਹੈਗਾ सो ਲਾਈਕ ਸਮਟਾਈਮਸ ਪੋਜ਼ਿਟਿਵ ਨੈਗੇਟਿਵ ਦੱਸਦਾ ਸਮਟਾਈਮਸ ਜਿਹੜਾ ਡਾਟਾ ਹੈ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਮੌਤ ਹੋਈ ਉਹਨੂੰ ਚੈੱਕ ਹੀ ਨਹੀਂ ਕੀਤਾ ਗਿਆ ਕਿ ਕੋਰੋਨਾ ਹੈ ਕਿ ਨਹੀਂ ਜਦਕਿ ਉਹਦੀ ਬਾਅਦ ਚੋਂ ਫੈਮਿਲੀ ਪੋਜ਼ਿਟਿਵ ਆਈ ਹੈ ਤੇ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਸਾਨੂੰ ਕੀ ਸਟੈਪ ਸੋ ਦੇਖੋ ਪਹਿਲਾ ਤਾਂ ਸਾਡਾ ਹੀ ਅੱਜ ਦਾ ਆਬਜੈਕਟਿਵ ਹੈ ਕਿ ਵੀ ਵਿਲ ਸਿਟ ਵਿਦ ਦੀ ਸਿਵਲ ਸਰਜਨ ਇੱਕ ਰਿਵਿਊ ਕਰਾਂਗੇ ਕਿ ਅੱਜ ਦੀ ਡੇਟ 'ਚ ਇਹਨਾਂ ਦੇ ਲੈਵਲ 1 ਕਿੱਥੇ ਸੈਂਟਰ ਬਣਿਆ ਹੈ ਲੈਵਲ 2 ਕਿੱਥੇ ਸੈਂਟਰ ਬਣਿਆ ਹੈ ਲੈਵਲ 1 ਜੇਕਰ ਕੋਵਿਡ ਕੇਅਰ ਸੈਂਟਰ ਦੇ ਵਿੱਚ ਹੈ ਕਿੰਨੇ ਪੇਸ਼ੈਂਟ ਨੇ ਕਿਸ ਲੈਵਲ ਦੀ ਤਿਆਰੀ ਹੈ। ਸੋ ਪਹਿਲੀ ਤਾਂ ਇਹਦੇ ਵਿੱਚ ਇਹੀ ਹੈ ਕਿ ਤੁਸੀਂ ਆਪਣਾ ਇਨਫਰਾਸਟ੍ਰਕਚਰ ਇੰਨਾ ਅਪਗ੍ਰੇਡੇਸ਼ਨ ਦੇ ਵਿੱਚ ਹੋ। ਪ੍ਰੋਸੈਸ ਲੈਪਸਿਸ ਅਗਰ ਜੇਕਰ ਕੋਈ ਇੱਦਾਂ ਦੇ ਗਲੇਰਿੰਗ ਪ੍ਰੋਸੈਸ ਲੈਪਸਿਸ ਹੈ ਆਈ ਐਮ ਸ਼ੋਰ ਕਿ ਇਹਨਾਂ ਦੇ ਐਡਮਿਨਿਸਟ੍ਰੇਟਿਵ ਸੈਕਟਰੀ ਹੈਲਥ ਡਿਪਾਰਟਮੈਂਟ ਵੀ ਆਪਸ 'ਚ ਉਹ ਆਉਂਦਾ ਜੇਕਰ ਕੋਈ ਇੱਦਾਂ ਦੀ ਲੱਗੂਗਾ ਕਿ ਕੋਈ ਡੈਲੀਬਰੇਟ ਪ੍ਰੋਸੈਸ ਲੈਪਸ ਹੋਇਆ ਤਾਂ ਅਸੀਂ ਐਡਮਿਨਿਸਟ੍ਰੇਟਿਵ ਸੈਕਟਰੀ ਦੇ ਧਿਆਨ ਦੇ ਵਿੱਚ ਲਿਆਵਾਂਗੇ। ਸਰ ਐਪੀਡੈਮਿਕ ਦੇ ਕਰਕੇ ਬਹੁਤ ਸਾਰੇ ਪੇਰੈਂਟਸ ਨੇ ਜਿਨ੍ਹਾਂ ਨੂੰ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲ ਵਾਲੇ ਫੀਸਿਸ ਮੰਗ ਰਹੇ ਨੇ ਜਾਂ ਬੁੱਕਸ ਉਹਨਾਂ ਨੂੰ ਕਹਿ ਰਹੇ ਕਿ ਸਕੂਲ ਤੋਂ ਪਰਚੇਜ਼ ਕਰੋ ਕਿ ਉਹਨਾਂ ਦੇ ਲਈ ਕੋਈ ਰਾਹਤ ਪੈਕੇਜ ਵਗੈਰਾ ਕੁਛ ਕਰੋਗੇ ਤੁਸੀਂ? ਮੈਂ ਰਾਹਤ ਪੈਕੇਜ ਵਾਲਾ ਤਾਂ ਸਾਡਾ ਉਹ ਨਹੀਂ ਹੈ ਬਟ since from where the district I come from education minister ਉੱਥੋਂ ਦੇ ਹੀ ਸੀਗੇ ਸਿੰਗਲਾ ਸਾਹਿਬ ਤੇ I will see ਕਿ what can be done ਉਹਨਾਂ ਨੇ ਕੀ ਅਨਾਊਂਸਮੈਂਟ ਕੀਤੀ ਹੈ ਬਿਕੋਜ਼ there was some announcement by the education minister so ਉਹਨਾਂ ਦੇ ਨਾਲ ਟੱਚ ਵਿੱਚ ਰਹਾਂਗੇ ਸਕੂਲ ਕੋਈ ਫਲ ਫਲਾਊਟ ਕਰਨਗੇ ਤੇ ਅਸੀਂ ਉਹਨਾਂ ਦੇ ਫਿਰ what action can be taken we will see। देखो स्ट्रैटेजी ਇਹਦੇ ਵਿੱਚ ਲੈਵਲ 1 ਦੀ ਸਟ੍ਰੈਟਜੀ ਇਨ ਵਿਚ ਆਈ ਥਿੰਕ ਇਜ਼ ਵੈਰੀ ਰਿਲੇਵੈਂਟ ਇਜ਼ ਕਿ ਜਦੋਂ ਟੈਸਟਿੰਗ ਦੇ ਵਿੱਚ ਹੈ ਮਤਲਬ ਆਈ ਡੋਂਟ ਨੋ ਮਤਲਬ ਆਈ ਵਿਲ ਸੀ ਆਊਟ ਜਿਹਦਾ ਇਨ ਮਾਈ ਪ੍ਰੀਵੀਅਸ ਅਸਾਈਨਮੈਂਟ ਅਸੀਂ ਸਾਰੇ ਮੀਡੀਆ ਲਈ ਪੂਰੇ ਜ਼ਿਲ੍ਹੇ ਦੀ ਮੀਡੀਆ ਲਈ ਇਹ ਕਿਹਾ ਸੀਗਾ ਐਨੀਬਡੀ ਵਾਂਟਸ ਟੂ ਡੂ ਵੋਲੰਟਰੀ ਟੈਸਟਿੰਗ ਸਭ ਅਲਾਉਡ ਹੈ ਨੋਟ ਜਸਟ ਡਿਸਟ੍ਰਿਕਟ ਹੈਡਕੁਆਟਰ DBRO ਸਾਹਿਬ ਨੂੰ ਕਿਹਾ ਸੀਗਾ ਪੂਰੇ ਜ਼ਿਲ੍ਹੇ ਦਾ ਕੋਈ ਵੀ ਮੀਡੀਆ ਕਰਮੀ ਕਰਨਾ ਚਾਹੁੰਦਾ ਹੈ ਵੋਲੰਟਰੀਲੀ ਆਫ ਕੋਰਸ ਯੂ ਕੈਨ ਨਾਟ ਫੋਰਸ ਐਨੀਬਡੀ ਤਾਂ ਉਹ ਫ੍ਰੀ ਹੈ ਐਂਡ ਤੁਸੀਂ ਅੱਗੇ ਆਓ ਉੱਦਾਂ ਹੀ ਪੁਲਿਸ ਲਈ ਸਫਾਈ ਕਰਮਚਾਰੀਆਂ ਲਈ। ਸੋ ਆਈਡੀਆ ਜਦੋਂ ਇਹੀ ਹੈ ਜਦੋਂ ਤੁਸੀਂ ਦੇਖੋ ਵੋਲੰਟਰੀ ਟੈਸਟਿੰਗ ਕਰਾ ਰਹੇ ਹੋ ਆ ਰਹੇ ਹੈ
ਸੋ ਇਸ 'ਚ ਦੋਨੋਂ ਹੀ ਹੈ ਨਾ, ਤੁਸੀਂ ਨਾ ਕਰਾਓਗੇ ਪਤਾ ਵੀ ਨਹੀਂ ਚੱਲਣਾ, ਫਿਰ ਜ਼ਿਆਦਾ ਵੱਧ ਜਾਣਾ। ਆਂਦੇ ਤਾਂ ਕਈ ਵਾਰ ਤੁਹਾਨੂੰ ਬੈਕਫੁੱਟ ਤੇ ਹੋਣਾ ਚਾਹੀਦਾ ਵੀ ਫੋਰਸ ਦੇ ਵਿੱਚ ਹੋ ਗਿਆ, ਬਟ ਜਿੱਥੇ ਵੀ ਇੰਟਰਫੇਸ ਜ਼ਿਆਦਾ ਹੋਊਗਾ ਤਾਂ ਆਪਾਂ ਨੂੰ ਪਤਾ ਹੈ ਐਨੀ ਪਬਲਿਕ ਪਲੇਸ ਐਂਡ ਇਨਕਲੂਡਿੰਗ ਹਸਪੀਟਲ ਬਿਕਮ ਅ ਸੋਰਸ ਆਫ ਇਨਫੈਕਸ਼ਨ। ਮੈਂ ਇਹਨਾਂ ਦਾ ਦੱਸ ਰਿਹਾ ਸੀਗਾ, ਜੌਨ ਹੌਪਕਿੰਸ ਦੇ ਵਿੱਚ ਮੇਰਾ ਬੜਾ ਕਲੋਜ਼ ਫਰੈਂਡ ਹੈ ਜਿਹੜਾ ਪੰਜਾਬ ਮੋਨੀਟਰ ਕਰਦਾ, ਉਹ 1.5 ਮਹੀਨੇ ਪਹਿਲਾਂ ਹੀ ਵਾਸ ਟੈਲਿੰਗ ਮੀ, ਕਹਿੰਦੇ ਸਾਡੇ ਤਾਂ ਹੋਇਆ ਹੀ ਹੈ, ਜਿੱਦਾਂ ਹੀ US ਦੇ ਵਿੱਚ ਆਏ ਕੇਸਿਸ 100 ਬੰਦੇ ਆ ਗਏ ਜੀ, ਮੈਨੂੰ ਹੈ। ਉਹਨਾਂ ਨੇ ਇੱਕ ਵਾਰਡ 'ਚ ਰੱਖਿਆ, ਇੱਕ ਨੂੰ ਕੋਵਿਡ ਨਿਕਲਿਆ, 99 ਉੱਥੋਂ ਇਨਫੈਕਸ਼ਨ ਕੈਰੀ ਕਰ ਗਏ। ਸੋ ਉਹ ਜਿਹੜਾ ਤੁਹਾਨੂੰ ਆਈ ਡੋਂਟ ਨੋ, ਜੇਕਰ ਤੁਸੀਂ ਦੇਖੋਗੇ ਹਸਪੀਟਲ ਦੇ ਅੰਦਰ ਹੈਲਥ ਡਿਪਾਰਟਮੈਂਟ ਨੇ ਫਲੂ ਸੈਂਟਰ ਰੱਖਿਆ, ਉਹ ਫਲੂ ਸੈਂਟਰ ਸ਼ੁੱਡ ਬੀ ਐਜ਼ ਆਊਟਸਾਈਡ ਯੋਰ ਹਸਪੀਟਲ ਐਜ਼ ਪੋਸੀਬਲ। ਤੁਸੀਂ ਹਸਪੀਟਲ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ। ਕੋਵਿਡ should not be managed in multiple location as far as possible। कोविड ਦੀ ਮੈਨੇਜਮੈਂਟ ਇੱਕ ਲੋਕੇਸ਼ਨ ਤੇ ਜਾਂ ਦੋ ਲੋਕੇਸ਼ਨ ਤੇ ਲੈਵਲ 1 ਲੈਵਲ 2 ਕਰਕੇ ਹੈ। ਸੋ ਵਾਟ ਵੀ ਡਿਡ, ਮੈਨੂੰ ਇੱਥੇ ਆਈ ਐਮ ਯੈਟ ਟੂ ਰਿਵਿਊ, ਮੈਂ ਕਿਹਾ ਕੋਈ ਵੀ ਸਿਵਲ ਹਸਪੀਟਲ ਇਨ ਸੰਗਰੂਰ, ਕੋਈ ਵੀ ਬਾਹਰ SMO ਦੇ ਵਿਲ ਨਾਟ ਟੇਕ ਕੋਵਿਡ ਪੇਸ਼ੈਂਟ, ਤੁਸੀਂ ਸਾਰੇ ਹੀ ਸੈਂਟਰਲਾਈਜ਼ ਭੇਜੋ। ਲੈਵਲ 2 ਦੇ ਵਿੱਚ ਵੀ ਵਿਲ ਰੈਫਰ ਟੂ ਪਟਿਆਲਾ। ਸੋ ਜਿੰਨੀ ਸੈਂਟਰਲਾਈਜ਼ ਕਰੋਗੇ ਤਾਂ ਰਿਸਕ, ਹਾਲਾਂਕਿ ਕਿਉਂਕਿ ਏਸਿਮਟੋਮੈਟਿਕ ਕੈਰੀਅਰ ਨੇ ਸਾਰੇ ਟੈਸਟ ਕਰ ਨਹੀਂ ਸਕਦੇ। ਨਗਰ ਨਿਗਮ ਜਲੰਧਰ ਦਾ ਚਾਰਜ ਹੈ ਐਜ਼ ਏ ਕਮਿਸ਼ਨਰ ਲਿਆ ਹੈ। ਇਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਸੀ, ਸੈਕਟਰੀ ਟੈਕਨੀਕਲ ਐਜੂਕੇਸ਼ਨ ਬੋਰਡ, ਸਪੈਸ਼ਲ ਸੈਕਟਰੀ ਫੋਰੈਸਟ ਐਂਡ ਸਪੈਸ਼ਲ ਸੈਕਟਰੀ ਮੈਡੀਕਲ ਐਜੂਕੇਸ਼ਨ। ਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਜਲੰਧਰ ਵਿੱਚ ਐਜ਼ ਏ ਕਮਿਸ਼ਨਰ ਆਇਆ, ਜਿੱਥੇ ਮੈਂ ਪੜ੍ਹਿਆ ਵੀ ਹੋਇਆ, ਜਿੱਥੇ ਮੈਂ ਕਾਫੀ ਸਮਾਂ ਆਪਣਾ ਬਤੀਤ ਕੀਤਾ। ਤੇ ਜਲੰਧਰ ਮੈਨੂੰ ਬਿਲਕੁਲ ਐਵੇਂ ਲੱਗਦਾ ਹੈ ਕਿ ਜਿੱਦਾਂ ਆਪਣਾ ਹੀ ਸ਼ਹਿਰ ਹੋਵੇ। ਤੇ ਜਲੰਧਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਇਸ ਲਾਈਫ ਦੇ ਵਿੱਚ। ਤੇ ਹੁਣ ਮੇਰੀ ਇਹ ਤਮੰਨਾ ਹੈ ਕਿ ਜਲੰਧਰ ਦੇ ਲਈ ਜੋ ਵੀ ਅਸੀਂ ਕਰ ਸਕੀਏ ਅਸੀਂ ਕਰੀਏ, ਇਹਦੀ ਇੰਪਰੂਵਮੈਂਟ ਦੇ ਲਈ, ਇਹਦੀ ਡਿਵੈਲਪਮੈਂਟ ਦੇ ਲਈ, ਇੱਥੋਂ ਦੇ ਲੋਕਾਂ ਦੇ ਲਈ, ਲੋਕਾਂ ਦੇ ਕੋਈ ਕੰਮਾਂ ਦੇ ਲਈ। ਐਂਡ ਇਹ ਸਾਰੇ ਕੰਮ ਜਿਹੜੇ ਹੈਗੇ ਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਲੋਕਾਂ ਦੀ ਪਾਰਟਿਸਪੇਸ਼ਨ ਦੇ ਨਾਲ ਐਂਡ ਪਬਲਿਕ ਰਿਪਰੈਜ਼ੈਂਟੇਟਿਵ ਦੇ ਸਹਿਯੋਗ ਦੇ ਨਾਲ, ਜੋ ਲੋਕਾਂ ਦੀਆਂ ਆਸਾਂ ਹਨ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਆਸਾਂ ਉਹਨਾਂ ਦੀਆਂ ਪੂਰੀਆਂ ਹੋਣ। ਤੇ ਦਿਨ ਰਾਤ ਮਿਹਨਤ ਕੀਤੀ ਜਾਏਗੀ ਅਤੇ ਜੋ ਵੀ ਇੱਥੋਂ ਦੇ ਜਲੰਧਰ ਦੇ ਜਿੰਨੇ ਰੁਕੇ ਕੰਮ ਹੈਗੇ ਆ ਉਹ ਸਾਰੇ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸਾਰੀ ਟਾਈਮ ਬਾਉਂਡ ਕਰਾਂਗੇ। ਜਿਹੜੇ ਛੋਟੇ ਕੰਮ ਵੀ ਲੋਕਾਂ ਦੇ ਰੁਕੇ ਆ ਉਹ ਜਿਹੜੇ ਹੈ ਉਹ ਤੁਰੰਤ ਮੁਕੰਮਲ ਕੀਤੇ ਜਾਣਗੇ। ਜਿਹੜੇ ਕੋਈ ਵੱਡੇ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਦੇ ਜੋ ਪ੍ਰੋਸੈਸ ਫਾਈਨਲ ਹੁੰਦਾ ਹੈਗਾ, ਜੋ ਉਹਦਾ ਫੋਲੋ ਕਰਨਾ ਹੁੰਦਾ ਉਹ ਫੋਲੋ ਕਰਕੇ, ਲੇਕਿਨ ਉਹ ਵੀ ਕੰਮ ਜਲਦੀ ਤੋਂ ਜਲਦੀ ਅਸੀਂ ਮੁਕੰਮਲ ਕਰਾਂਗੇ। ਸਾਡਾ ਮੇਨ ਏਜੰਡਾ ਕੀ ਰਹੇਗਾ ਸਰ, ਜਿਹੜਾ ਹੁਣ ਇਸ ਵੇਲੇ ਤੁਹਾਡੇ ਜਿਹੜਾ ਆਪਣਾ ਕਾਰਜਕਾਲ ਤੁਹਾਡਾ ਸਾਰਾ ਦੇਖਣ ਨੂੰ ਮਿਲੇਗਾ, ਤੁਹਾਡਾ ਕਾਰਜਕਾਲ, ਉਹ 'ਚ ਤੁਹਾਡਾ ਸਭ ਤੋਂ ਵੱਡਾ ਮੇਨ ਮੁੱਦਾ ਹੈ, ਮੇਨ ਏਜੰਡਾ ਕੀ ਰਹੇਗਾ? ਮੇਨ ਏਜੰਡਾ ਸ਼ਹਿਰ ਦੀ ਡਿਵੈਲਪਮੈਂਟ ਹੈ, ਲੋਕਾਂ ਦੇ ਕੰਮ ਹੈ। ਜਿਹੜੇ ਲੋਕਾਂ ਦੇ ਕੰਮ ਕੋਈ ਇੱਥੇ ਪੈਂਡਿੰਗ ਪਏ ਨੇ, ਕੋਈ ਰੁਕੇ ਹੋਏ ਨੇ, ਐਂਡ ਉਹ ਕੰਮ ਜਿਹੜੇ ਹੈਗੇ ਤੁਰੰਤ ਤੌਰ 'ਤੇ ਮੁਕੰਮਲ ਕੀਤੇ ਜਾਣਗੇ। ਤੇ ਜਿਹੜੇ ਸ਼ਹਿਰ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਵੀ ਜਲਦੀ ਤੋਂ ਜਲਦੀ ਕੀਤੇ ਜਾਣਗੇ, ਕਿਉਂਕਿ ਇਹਦੇ ਨਾਲ ਦੇਖੋ CEO ਸਮਾਰਟ ਸਿਟੀ ਦਾ ਵੀ ਚਾਰਜ ਹੈ ਜੀ। ਤੇ ਸਮਾਰਟ ਸਿਟੀ ਦੇ ਵਿੱਚ ਵੀ ਜਿੰਨੇ ਕੰਮ ਜਿਹੜੇ ਹੈਗੇ ਆ ਜੋ ਵੀ ਹੈ ਉਹ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਜਲਦੀ ਤੋਂ ਜਲਦੀ ਉਹਦਾ ਪ੍ਰੋਸੈਸ ਜਿਹੜਾ ਫਾਈਨਲ ਕਰਕੇ ਤੇ ਉਹ ਕੰਮ ਮੁਕੰਮਲ ਕੀਤਾ। ਸਰ, ਜਦੋਂ ਤੁਸੀਂ ਕਹਿੰਦੇ ਜਲੰਧਰ ਤੁਸੀਂ ਰਹਿ ਚੁੱਕੇ ਹੋ, ਦੇਖ ਚੁੱਕੇ ਹੋ, ਚੰਡੀਗੜ੍ਹ ਤੁਸੀਂ ਕਮਿਸ਼ਨਰ ਹੋਏ ਜੇ, ਹੁਣ ਤੁਸੀਂ ਜਲੰਧਰ ਆਏ ਹੋ, ਕੀ ਕਮੀਆਂ ਚੰਡੀਗੜ੍ਹ ਤੇ ਜਲੰਧਰ ਜਿਹੜੀ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨਗਰ ਨੂੰ? ਦੇਖੋ, ਕਮੀਆਂ ਤਾਂ ਹਰ ਸ਼ਹਿਰ ਦਾ ਜਿਹੜਾ ਉਹਦਾ ਢਾਂਚਾ ਹੈ, ਉਹਦੀ ਜਿਹੜੀ ਫਾਊਂਡੇਸ਼ਨ ਹੈ ਉਹ ਡਿਫਰੈਂਟ ਹੁੰਦੀ ਹੈ। ਜਲੰਧਰ ਇੱਕ ਜਿਹੜਾ ਪੁਰਾਣਾ ਸ਼ਹਿਰ ਹੈ ਅਤੇ ਉਸ ਤੋਂ ਬਾਅਦ ਇਹ ਐਕਸਟੈਂਡ ਹੋਇਆ, ਇਹਦੀਆਂ ਆਪਣੀਆਂ ਪ੍ਰੋਬਲਮਸ ਇਹਦੀਆਂ ਡਿਫਰੈਂਟ ਨੇ। ਚੰਡੀਗੜ੍ਹ ਇੱਕ ਨਵਾਂ ਜਿਹੜਾ ਸਿਟੀ ਹੈ, ਨਵੇਂ ਢੰਗ ਨਾਲ ਡਿਵੈਲਪ ਹੋਇਆ, ਉਹਦੇ ਜਿਹੜੇ ਇਸ਼ੂਜ਼ ਡਿਫਰੈਂਟ ਹੈਗੇ ਆ। ਸੋ ਇਸ ਕਰਕੇ ਦੋਨਾਂ ਸ਼ਹਿਰਾਂ ਨੂੰ ਆਪਸ 'ਚ ਕੰਪੇਅਰ ਨਹੀਂ ਕੀਤਾ ਜਾ ਸਕਦਾ, ਲੇਕਿਨ ਕੋਸ਼ਿਸ਼ ਇਹੀ ਕੀਤੀ ਜਾਏਗੀ ਕਿ ਜੋ ਵੀ ਚਾਹੇ ਪੁਰਾਣਾ ਸ਼ਹਿਰ ਹੈ ਜਲੰਧਰ, ਚਾਹੇ ਜਲੰਧਰ ਦਾ ਐਕਸਟੈਂਡਡ ਜਿਹੜਾ ਹੈਗਾ ਸਿਟੀ ਹੈਗਾ, ਉਹ ਸਾਰਿਆਂ ਦੇ ਜਿਹੜੇ ਇਸ਼ੂਜ਼ ਹੈਗੇ ਆ ਉਹ ਵਧੀਆ ਢੰਗ ਨਾਲ ਮੁਕੰਮਲ ਕਰੇ। ਸਰ, ਇੱਕ ਰਾਜਨੀਤੀ ਲੋਕਾਂ ਦੀ ਅਫਸਰਸ਼ਾਹੀ ਨਾਲ ਤਾਲਮੇਲ ਘੱਟ ਕਰਦਾ, ਉਹਨੂੰ ਬਿਠਾਉਣ ਲਈ ਆਪਣਾ ਕੀ ਕਦਮ ਰਹੂਗਾ? ਦੇਖੋ, ਇੱਦਾਂ ਕਿ ਰਾਜਨੀਤਿਕ ਜਿਹੜੇ ਬੰਦੇ ਹੈਗੇ ਆ ਉਹਨਾਂ ਨੇ ਉਹ ਲੋਕਾਂ ਦੇ ਨਾਲ ਸਿੱਧੇ ਤੌਰ 'ਤੇ ਜੁੜੇ ਹੁੰਦੇ ਆ, ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦਾ ਕਾਫੀ ਚੰਗੇ ਢੰਗ ਨਾਲ ਪਤਾ ਹੁੰਦਾ, ਕਿਉਂਕਿ ਪਬਲਿਕ ਰਿਪਰੈਜ਼ੈਂਟੇਟਿਵ ਨੇ।
ਤੇ ਉਹਨਾਂ ਕਿਉਂਕਿ ਪਬਲਿਕ ਰਿਪਰੈਜ਼ੈਂਟੇਟਿਵ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਹੈ ਉਹ ਪ੍ਰਸ਼ਾਸਨ ਚੱਲ ਸਕਦਾ ਹੈ ਤੇ ਇਸ ਕਰਕੇ ਰਾਜਨੀਤਿਕ ਬੰਦਿਆਂ ਦੇ ਸਹਿਯੋਗ ਪੂਰਾ ਨਾਲ ਲਿਆ ਜਾਏਗਾ ਐਂਡ ਉਹਨਾਂ ਦੇ ਜੋ ਵਿਊਜ਼ ਹੋਣਗੇ ਉਹ ਐਸ ਪਰ ਦਾ ਪਾਲਿਸੀ ਸਾਰੇ ਵਿਚਾਰ ਕੇ ਐਂਡ ਉਹਨਾਂ ਦੀ ਜਲੰਧਰ ਤੋਂ ਸਟਾਰ ਨਿਊਜ਼ ਪੰਜਾਬੀ ਦੇ ਲਈ ਜੇਐਮ ਲਾਡੀ ਦੀ ਰਿਪੋਰਟ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀ ਪੰਜਾਬੀ ਖਬਰਾਂ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਦਬਾਓ ਘੰਟੀ ਦਾ ਬਟਨ।